ਸ਼੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਮਹਾਦੇਵ ਜੀ ਵਿੱਚ ਕਿਸੇ ਪ੍ਰਕਾਰ ਦਾ ਵੀ ਅਹੰਕਾਰ ਨਹੀਂ ਹੈ। ਉਹ ਆਪਣੇ ਛੋਟੇ ਭਰਾ ਦੀ ਗੁਰਤਾ ਵੇਖ ਕੇ ਆਪਣੇ ਮਨ ਵਿੱਚ ਬਹੁਤ ਪ੍ਰਸੰਨ ਹੁੰਦੇ ਹਨ। ਸੁੱਖਾਂ ਦੇ ਘਰ ਜਿਨ੍ਹਾਂ ਦੇ ਸ਼੍ਰੀ ਹਰਗੋਬਿੰਦ ਜੀ ਵਰਗੇ ਆਪਣੇ ਪੁੱਤਰ ਵਰਗਾ ਵੇਖ ਕੇ ਵੱਡਾ ਆਨੰਦ ਧਾਰਨ ਕਰਦੇ ਹਨ ਤੇ ਉਸ ਵੱਲ ਇੰਜ ਵੇਖਦੇ ਹਨ ਜਿਵੇਂ ਚਕੋਰ ਚੰਦ ਨੂੰ ਵੇਖਦੀ ਹੈ। ਆਪਣੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋ ਕੇ ਉਹਨਾਂ ਨੇ ਆਪਣੇ ਛੋਟੇ ਭਰਾ ਨੂੰ ਵੀ ਬਹੁਤ ਖੁਸ਼ ਕਰ ਦਿੱਤਾ ਅਤੇ ਜਸ ਦਾ ਵਿਸਤਾਰ ਕਰਦੇ ਹੋਏ ਕੁਝ ਹੋਰ ਮਨੁੱਖਾਂ ਸਮੇਤ ਆਪਣੇ ਘਰ ਨੂੰ ਚਲੇ ਗਏ। ਗੁਰੂ ਜੀ ਦੀ ਨਗਰੀ ਦੇ ਸਾਰੇ ਮਨੁੱਖ ਸੁਣ ਕੇ ਆ ਰਹੇ ਸਨ। ਮੂੰਹ ਮੰਗਿਆ ਭੋਜਨ ਪ੍ਰਾਪਤ ਕਰਕੇ ਉਸਤਤ ਕਰਦੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਅੰਮ੍ਰਿਤ ਵੇਲਾ ਹੁੰਦਿਆਂ ਹੀ ਵਿਸ਼ਾਲ ਵਾਜੇ ਵੱਜਦੇ ਹਨ ਅਤੇ ਸ਼ਾਮ ਤੱਕ ਛੋਟੀਆਂ ਦੁੰਬੀਆਂ ਅਤੇ ਤੂਤੀਆਂ ਸੁਖ ਸਹਿਤ ਵੱਜਦੀਆਂ ਹਨ। ਵੱਡਾ ਉਤਸ਼ਾਹ ਵੇਖ ਕੇ ਪ੍ਰੀਥੀਆ ਦੀ ਘਰਵਾਲੀ ਕਰਮੋ ਦਾ ਦਿਲ ਬਹੁਤ ਗਮਗੀਨ ਹੋ ਗਿਆ। ਇਸਤਰੀ ਪੁਰਸ਼ਾਂ ਤੋਂ ਜਸ ਸੁਣ ਕੇ ਮਾਨੋ ਉਸ ਦਾ ਹਿਰਦਾ ਫਟ ਜਾਂਦਾ ਹੈ। ਘਰ ਦੇ ਦਰਵਾਜ਼ੇ 'ਤੇ ਬਹੁਤ ਵਾਜੇ ਵੱਜ ਰਹੇ ਹਨ। ਜਦ ਕਰਮੋ ਇਹਨਾਂ ਆਵਾਜ਼ਾਂ ਨੂੰ ਆਪਣੇ ਕੰਨਾਂ ਨਾਲ ਸੁਣਦੀ ਹੈ ਤਾਂ ਬੇਹਾਲ ਹੋ ਜਾਂਦੀ ਹੈ। ਵਸ ਚੱਲਦਾ ਨਹੀਂ, ਮਹਾਨ ਦੁਖੀ ਹੈ। ਮਨ ਵਿੱਚ ਗਿਣਤੀਆਂ ਗਿਣਦੀ ਹੈ ਕਿ ਕਿਵੇਂ ਕੋਈ ਵਿਘਨ ਖੜਾ ਕਰਾਂ। ਮੇਰੇ ਹਿਰਦੇ ਦੀ ਸੂਲ ਕਿਵੇਂ ਨਿਕਲੇ ਜਿਵੇਂ ਸ਼੍ਰੀ ਹਰਗੋਬਿੰਦ ਜੀ ਦੀ ਮ੍ਰਿਤਿੂ ਹੋ ਜਾਏ, ਤਾਂ ਮੇਰੇ ਹਿਰਦੇ ਦੀ ਪੀੜ ਆਨੰਦ ਵਿੱਚ ਬਦਲ ਜਾਏ। ਨਹੀਂ ਤਾਂ ਸਾਡਾ ਇਹ ਜਿਉਣਾ ਮੁਰਦੇ ਦੀ ਨਿਆਈ ਹੈ। ਨਿਤ ਸ੍ਰੇਸ਼ਟ ਮੰਗਲ ਕਰਦੇ ਹਨ। ਬਹੁਤ ਧਨ ਆਇਆ ਹੈ, ਸਾਰੇ ਭੰਡਾਰ ਭਰ ਲਏ ਹਨ। ਸਾਥੋਂ ਛੋਟੇ ਥਾਂ ਹੋ ਕੇ ਵੱਡਾ ਬਣ ਗਿਆ ਹੈ। ਪੁੱਤਰ ਜਹਾਨ ਵਿੱਚ ਚੰਦ ਸਮਾਨ ਪੈਦਾ ਹੋਇਆ ਹੈ। ਮਾਤਾ ਗੰਗਾ ਜੀ ਸਦਾ ਆਨੰਦ ਮੰਗਲ ਕਰਦੇ ਹਨ। ਜਿਨ੍ਹਾਂ ਦੇ ਸ਼੍ਰੀ ਹਰਗੋਬਿੰਦ ਜੀ ਵਰਗੇ ਮਹਾਸ਼ੋਭਨੀਕ ਸਪੁੱਤਰ ਹਨ। ਜਦ ਵੱਡੇ ਹੋਣਗੇ ਤਾਂ ਸ਼ੇਰ ਵਰਗੇ ਬਲਵਾਨ ਹੋਣਗੇ ਤੇ ਸਭ ਨੂੰ ਆਪਣੇ ਅੱਗੇ ਨਿਵਾਉਣਗੇ। ਇਸ ਤਰ੍ਹਾਂ ਰਾਤ ਦਿਨ ਵਿਚਾਰ ਕਰਦੀ ਹੈ ਤੇ ਆਪਣੇ ਪਤੀ ਨਾਲ ਬੜੀ ਦੁਖੀ ਹੋ ਕੇ ਇੰਜ ਗੱਲਾਂ ਕਰਦੀ ਹੈ। ਤੁਹਾਡੇ ਚਿੱਤ ਵਿੱਚ ਕਿਉਂ ਚਿੰਤਾ ਨਹੀਂ ਹੈ? ਵੱਡਾ ਸ਼ਰੀਕ ਨਿਤ ਵੱਡਾ ਧਨਵਾਨ ਹੋ ਰਿਹਾ ਹੈ। ਉਹਨਾਂ ਦਾ ਇੱਕ ਪੁੱਤਰ ਹੈ। ਕਿਸੇ ਤਰ੍ਹਾਂ ਉਸ ਨੂੰ ਮਾਰ ਖਪਾ ਦਿਓ ਤਾਂ ਕਿ ਗੁਰਤਾ ਫਿਰ ਸਾਡੇ ਪਾਸ ਆ ਜਾਏ। ਤੁਸੀਂ ਐਵੇਂ ਬੈਠ ਰਹੇ ਹੋ, ਕੋਈ ਉਪਾਅ ਨਹੀਂ ਸੋਚ ਰਹੇ। ਇਹ ਵੱਡੇ ਕੰਮ ਨੂੰ ਆਪਣੇ ਮਨ ਵਿੱਚ ਕਿਉਂ ਨਹੀਂ ਲਿਆਉਂਦੇ? ਜਿਵੇਂ ਕਿਵੇਂ ਸਾਡਾ ਹਾਲ ਤਾਂ ਬਤੀਤ ਹੋ ਜਾਏਗਾ। ਸਾਡੇ ਪੁੱਤਰ ਪੋਤਰੇ ਕੀ ਰੀਤੀ ਕਰਨਗੇ? ਉਹ ਧਨਹੀਣ ਹੋ ਜਾਣਗੇ ਤੇ ਮੰਗਦੇ ਫਿਰਨਗੇ। ਕੋਈ ਵੀ ਸਿੱਖ ਕੁਝ ਭੇਟ ਨਹੀਂ ਕਰੇਗਾ ਅਤੇ ਨਾ ਹੀ ਕੋਈ ਪੈਰਾਂ ਨੂੰ ਛੂਏਗਾ। ਹੁਣ ਜੇ ਆਪ ਕੋਈ ਉਪਾਅ ਕਰੋ, ਕੋਈ ਐਸੀ ਯੁਕਤੀ ਕਰੋ ਕਿ ਉਹਨਾਂ ਦਾ ਪੁੱਤਰ ਖਤਮ ਹੋ ਜਾਏ, ਸਾਡਾ ਵੰਸ਼ ਦੁਬਾਰਾ ਗੁਰਤਾ ਪ੍ਰਾਪਤ ਕਰ ਲਵੇ। ਸਾਰੇ ਸਿੱਖ ਆ ਕੇ ਸਾਨੂੰ ਧਨ ਦੇਣ ਤੇ ਸਾਡੇ ਚਰਨਾਂ 'ਤੇ ਮੱਥਾ ਟੇਕਣ। ਜੇ ਕੁਝ ਕਰ ਸਕਦੇ ਹੋ ਤਾਂ ਦੇਰੀ ਛੱਡ ਕੇ ਕੋਈ ਐਸਾ ਉਪਾਅ ਕਰਕੇ ਉਹਨਾਂ ਦੇ ਪੁੱਤਰ ਨੂੰ ਮਾਰ ਦਿਓ। ਪ੍ਰੀਥੀਆ ਨੇ ਕਰਮੋ ਦੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਉਸ ਨੂੰ ਧੀਰਜ ਦੇਣ ਵਾਸਤੇ ਕਿਹਾ, ਫਿਕਰ ਨਾ ਕਰ, ਉਹ ਜਿਉਂਦਾ ਨਹੀਂ ਰਹੇਗਾ। ਛੋਟਾ ਬਾਲਕ ਹੈ, ਵੱਡਾ ਨਹੀਂ ਹੋਵੇਗਾ। ਉਸ ਨੂੰ ਸੀਤਲਾ ਨਿਕਲ ਕੇ ਉਸ ਦਾ ਨਾਸ ਕਰ ਦੇਵੇਗੀ। ਮੇਰੇ ਬਚਨਾਂ ਦਾ ਹੁਣ ਪਰਤਾਵਾ ਲੈ ਕੇ ਜਾਓ। ਉਸ ਤੋਂ ਉਹ ਬਚੇਗਾ ਨਹੀਂ, ਜ਼ਰੂਰ ਮ੍ਰਿਤਿੂ ਹੋਵੇਗੀ। ਤਾਂ ਮੈਂ ਕੋਈ ਐਸਾ ਉਪਾਅ ਕਰਾਂਗਾ ਜਿਸ ਨਾਲ ਸ਼੍ਰੀ ਹਰਗੋਬਿੰਦ ਜੀ ਦਾ ਵਿਨਾਸ਼ ਹੋ ਜਾਏ। ਸਾਡੇ ਪੁੱਤਰ ਪੋਤਰੇ ਫਿਰ ਆਨੰਦ ਲੈਣਗੇ। ਹੁਣ ਸਾਡੇ ਨੇੜੇ ਆ ਵਸੇ ਹਨ। ਹੁਣ ਕੋਈ ਸੌਖੀ ਵਿਧੀ ਬਣ ਜਾਏਗੀ। ਕਰਮੋ ਇਹ ਸੁਣ ਕੇ ਬੋਲੀ, ਤੁਹਾਡੇ ਬਚਨਾਂ ਵਿੱਚ ਕੋਈ ਬਰਕਤ ਨਹੀਂ ਹੈ। ਪਹਿਲਾਂ ਵੀ ਕਿਹਾ ਸੀ ਮੇਰੇ ਬਚਨ ਜ਼ਰੂਰ ਪੂਰੇ ਹੋਣਗੇ, ਪਰ ਉਹ ਝੂਠੇ ਨਿਕਲੇ ਸਨ। ਮੈਂ ਇਹਨਾਂ ਨੂੰ ਸੁਣ ਕੇ ਕੀ ਖੁਸ਼ ਹੋਣਾ ਹੈ? ਤੁਸੀਂ ਐਸ਼ੋ ਆਰਾਮ ਵਿੱਚ ਖਚਤ ਹੋ ਗਏ ਹੋ, ਇਸ ਕਰਕੇ ਕਸ਼ਟ ਸਦਾ ਵੱਧਦਾ ਹੀ ਜਾਂਦਾ ਹੈ। ਇਹ ਵੇਖ ਕੇ ਮੈਨੂੰ ਬਹੁਤ ਚਿੰਤਾ ਹੁੰਦੀ ਹੈ। ਦਿਨ ਰਾਤ ਸਾਡੇ ਘਰ ਨਵੇਂ ਤੋਂ ਨਵਾਂ ਸੰਕਟ ਪੈਦਾ ਹੁੰਦਾ ਰਹਿੰਦਾ ਹੈ। ਪ੍ਰੀਥੀਆ ਨੇ ਕਿਹਾ, ਇਸ ਵਾਰੀ ਵੇਖ ਲੈਵੀਂ, ਤੈਨੂੰ ਸੁੱਖ ਹੋਵੇਗਾ ਜਿਵੇਂ ਮੈਂ ਕਿਹਾ ਹੈ। ਇਸ ਤਰ੍ਹਾਂ ਦੋਵੇਂ ਜੀ ਸਦਾ ਵਿਚਾਰ ਕਰਦੇ ਰਹਿੰਦੇ ਸਨ। ਕੋਈ ਕਪਟ ਕਰੀਏ, ਇਸ ਤਰ੍ਹਾਂ ਮਿਲ ਕੇ ਉਚਾਰਨ ਕਰਦੇ ਰਹਿੰਦੇ ਸਨ। ਸਦਾ ਹੀ ਚਿੱਤ ਵਿੱਚ ਖੋਟ ਰਹਿੰਦੀ ਸੀ ਕਿ ਕਿਸ ਤਰ੍ਹਾਂ ਅਨਰਥ ਹੋ ਜਾਏ, ਪਰ ਕਿਸੇ ਕਰਾਮਾਤ ਦੀ ਕੋਈ ਸਮਰੱਥਾ ਨਹੀਂ ਸੀ। ਉਧਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬੜਾ ਸਰਲ ਸੁਭਾਅ ਹੈ। ਸਦਾ ਹਿਰਦੇ ਵਿੱਚ ਉਪਕਾਰ ਕਰਨ ਬਾਰੇ ਹੀ ਸੋਚਦੇ ਰਹਿੰਦੇ ਹਨ।
ਅਨੇਕ ਲੋਕਾਂ ਦਾ ਕਲਿਆਣ ਕਰਦੇ ਹਨ। ਸਤਨਾਮ ਦਾ ਸਿਮਰਨ ਕਰਵਾ ਕੇ ਗਿਆਨ ਦਿੰਦੇ ਹਨ। ਸ਼੍ਰੀ ਹਰਗੋਬਿੰਦ ਜੀ ਆਨੰਦ ਦੇ ਬੱਦਲ ਹਨ। ਖੇਡਦੇ ਖੇਡਦੇ ਇਸ ਤਰ੍ਹਾਂ ਵੱਧ ਰਹੇ ਹਨ ਜਿਵੇਂ ਦੂਜ ਦਾ ਚੰਦ ਵੱਧਦਾ ਹੈ। ਬੜੇ ਮਿੱਠੇ ਅਤੇ ਕੋਮਲ ਬਚਨ ਤੋਤਲੀ ਜ਼ੁਬਾਨ ਨਾਲ ਕਹਿੰਦੇ ਹਨ। ਮਿੱਠੇ ਬਚਨ ਸੁਣ ਕੇ ਕੰਨਾਂ ਨੂੰ ਸੁੱਖ ਮਿਲਦਾ ਹੈ। ਮਾਤਾ ਗੰਗਾ ਜੀ ਦੁਲਾਰ ਕੇ ਆਨੰਦ ਲੈਂਦੇ ਹਨ। ਆਪਣੇ ਗਲ ਲਾ ਕੇ ਮੱਥਾ ਚੁੰਮਦੇ ਹਨ। ਜਦ ਮਾਤਾ ਜੀ ਦੀ ਗੋਦ ਛੱਡ ਕੇ ਭਜਦੇ ਹਨ ਤਾਂ ਪਹਿਨੇ ਹੋਏ ਗਹਿਣੇ ਮਿੱਠੀ ਧੁਨ ਪੈਦਾ ਕਰਦੇ ਹਨ। ਗਲ ਵਿੱਚ ਪੀਲੇ ਰੰਗ ਦੇ ਕੋਮਲ ਕੱਪੜੇ ਪਾਉਂਦੇ ਹਨ। ਸਾਰੇ ਕੱਪੜਿਆਂ ਨੂੰ ਗੋਟਾ ਲੱਗਾ ਹੁੰਦਾ ਹੈ। ਮਿੱਠੇ ਸ੍ਰੇਸ਼ਟ ਸ਼ਬਦ ਬੋਲ ਕੇ ਖੇਡਾਂ ਖੇਡਦੇ ਹਨ। ਜਿਹੜਾ ਵੀ ਦਰਸ਼ਨ ਕਰਦਾ ਹੈ ਹਿਰਦੇ ਵਿੱਚ ਪ੍ਰਸੰਨਤਾ ਧਾਰਨ ਕਰਦਾ ਹੈ। ਬਾਹਾਂ ਲੰਮੀਆਂ ਹਨ ਅਤੇ ਮੋਢੇ ਉੱਚੇ ਹਨ। ਸ੍ਰੇਸ਼ਟ ਲੰਮੀਆਂ ਉਂਗਲੀਆਂ ਹਨ ਜਿਨ੍ਹਾਂ ਦੇ ਨੌਂ ਲਾਲ ਹਨ। ਨਿਤ ਨਵੀਂ ਪ੍ਰੀਤ ਇਸ ਤਰ੍ਹਾਂ ਆਨੰਦ ਦਿੰਦੀ ਹੈ। ਕਈ ਦਿਨ ਬੀਤ ਗਏ ਤਾਂ ਸਰੀਰ ਬਹੁਤ ਉੱਚਾ ਹੋ ਗਿਆ। ਜਦ 5 ਸਾਲ ਬਤੀਤ ਕੀਤੇ ਤਾਂ ਖੇਡਾਂ ਖੇਡ ਕੇ ਚਿੱਤ ਵਿੱਚ ਬਹੁਤ ਪ੍ਰਸੰਨ ਹੁੰਦੇ ਹਨ। ਇੱਕ ਦਿਨ ਸ਼੍ਰੀ ਹਰਗੋਬਿੰਦ ਜੀ ਨੂੰ ਬੁਖਾਰ ਚੜ੍ਹ ਗਿਆ। ਜਦ ਲੰਮੇ ਪਏ ਰਹੇ ਤਾਂ ਮਾਤਾ ਜੀ ਨੂੰ ਬਹੁਤ ਚਿੰਤਾ ਹੋ ਗਈ। ਫਿਰ ਤੀਸਰੇ ਦਿਨ, ਜਿਸ ਨੂੰ ਜੱਗ ਵਿੱਚ ਚੇਚਕ ਦੀ ਬਿਮਾਰੀ ਕਹਿੰਦੇ ਹਨ, ਉਹ ਦਿਖਾਈ ਦਿੱਤੀ। ਬਹੁਤ ਸੰਘਣੀਆਂ ਫਿੰਮਣੀਆਂ ਨਿਕਲ ਆਈਆਂ। ਕੋਈ ਛੋਟੀ ਦਿਸਦੀ ਸੀ ਤੇ ਕੋਈ ਵੱਡੀ ਲੱਗਦੀ ਸੀ। ਇੱਕ ਵਾਰ ਸਾਰਾ ਸਰੀਰ ਲਾਲ ਹੋ ਗਿਆ। ਕੋਈ ਵੀ ਥਾਂ ਖਾਲੀ ਨਾ ਰਿਹਾ, ਜਿਸ ਨੇ ਬਹੁਤ ਦੁਖੀ ਕੀਤਾ। ਦਿਨ ਰਾਤ ਪਲੰਗ ਤੇ ਪਏ ਰਹਿੰਦੇ ਹਨ। ਫਿੰਮਣੀਆਂ ਕਾਰਨ ਸਰੀਰ ਤੇ ਸੋਜ ਹੋ ਗਈ ਹੈ। ਹੱਥ ਪੈਰਾਂ ਦੀਆਂ ਤਲੀਆਂ ਅਤੇ ਜੀਭ ਉੱਤੇ ਵੀ ਫਿੰਮਣੀਆਂ ਨਿਕਲ ਆਈਆਂ ਹਨ। ਸਾਰੀਆਂ ਬੜੀਆਂ ਸੰਘਣੀਆਂ ਹਨ, ਜਿਨ੍ਹਾਂ ਦੀਆਂ ਨੋਕਾਂ ਤਿੱਖੀਆਂ ਅਤੇ ਲਾਲ ਹਨ। ਦੋਵੇਂ ਸ੍ਰੇਸ਼ਟ ਨੈਣ ਮੀਟੇ ਗਏ, ਉਗੜਦੇ ਨਹੀਂ ਹਨ ਅਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਹੈ। ਮਾਤਾ ਗੰਗਾ ਜੀ ਧੀਰਜ ਛੱਡ ਕੇ ਪਾਸ ਬੈਠੇ ਰਹਿੰਦੇ ਹਨ। ਬਹੁਤ ਵਾਰ ਸਪੁੱਤਰ ਦੇ ਅੰਗਾਂ ਨੂੰ ਵੇਖਦੇ ਹਨ। ਮਾਤਾ ਜੀ ਬਹੁਤ ਡਰਦੇ ਸਨ ਅਤੇ ਹਿਰਦੇ ਵਿੱਚ ਭਾਰੀ ਚਿੰਤਾ ਹੈ। ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ, ਮੇਰਾ ਸਪੁੱਤਰ ਮਾਨੋ ਇੱਕ ਸੁੰਦਰ ਚੰਦ ਹੈ। ਸਾਡਾ ਜਿੰਨਾ ਵੀ ਪਰਿਵਾਰ ਹੈ ਸਾਰਿਆਂ ਨੂੰ ਇਹ ਬਹੁਤ ਪਿਆਰਾ ਹੈ ਅਤੇ ਸਾਡਾ ਇੱਕ ਆਸਰਾ ਹੈ। ਜਿਵੇਂ ਕੰਜੂਸ ਨੂੰ ਬਹੁਤ ਯਤਨਾਂ ਬਾਅਦ ਧਨ ਮਿਲਿਆ ਹੋਵੇ, ਅਸੀਂ ਬਹੁਤ ਚਾਹਤ ਨਾਲ ਆਪਣੇ ਪੁੱਤਰ ਨੂੰ ਪਾਇਆ ਹੈ। ਪ੍ਰਭੂ ਪਾਰ ਬ੍ਰਹਮ ਅਕਾਲ ਪੁਰਖ ਇਸ ਦੇ ਰਖਵਾਲੇ ਹਨ। ਹੇ ਕਿਰਪਾਲੂ ਪ੍ਰਭੂ ਜੀ, ਹੁਣ ਮੇਰੀ ਸਹਾਇਤਾ ਕਰੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੂੰ ਆਪਣਾ ਦਾਸ ਜਾਣੋ। ਸਹਾਇਕ ਹੋ ਕੇ ਇਸ ਦੇ ਸਾਰੇ ਦੁੱਖ ਦੂਰ ਕਰੋ। ਸੁੰਦਰ ਵਿਸ਼ਾਲ ਨੈਣ ਠੀਕ ਠਾਕ ਰਹਿਣ। ਹੇ ਕਿਰਪਾਲੂ ਜੀ, ਕੋਈ ਅੰਗ ਵੀ ਭੰਗ ਨਾ ਕਰੋ। ਦਿਨੇ ਬਹੁਤ ਥੋੜ੍ਹਾ ਭੋਜਨ ਖਾਂਦੇ ਹਨ ਤੇ ਰਾਤ ਨੂੰ ਸੌਂਦੇ ਨਹੀਂ ਹਨ। ਜਿਨ੍ਹਾਂ ਨੂੰ ਬਹੁਤ ਵੱਡੀ ਚਿੰਤਾ ਰਹਿੰਦੀ ਹੈ, ਪੁੱਤਰ ਦੇ ਸਰੀਰ ਉੱਤੇ ਬਹੁਤ ਆਏ ਕਸ਼ਟ ਨੂੰ ਵੇਖ ਰਹੇ ਹਨ। ਜੋ ਪ੍ਰਭੂ ਆਪ ਸਭ ਦੇ ਦੁੱਖ ਦੂਰ ਕਰਦੇ ਹਨ, ਉਸ ਦੇ ਸਰੀਰ ਤੇ ਐਸਾ ਕਸ਼ਟ ਹੋਵੇ, ਇਹ ਕਦੀ ਹੋ ਨਹੀਂ ਸਕਦਾ। ਤਦ ਵੀ ਜੋ ਮਨੁੱਖਾ ਸਰੀਰ ਧਾਰਨ ਕੀਤਾ ਹੈ, ਉਸ ਅਨੁਸਾਰ ਧੀਰਜ ਵਰਤਦੇ ਹਨ। ਜਦ 3 ਦਿਨ ਬੀਤੇ ਤਾਂ ਜਿਹੜੀਆਂ ਫਿੰਮਣੀਆਂ ਨਿਕਲੀਆਂ ਸਨ, ਉਹ ਉੱਚੀਆਂ ਹੋ ਕੇ ਸਭ ਭਰ ਗਈਆਂ। ਇਸ ਪ੍ਰਕਾਰ ਸਾਰਾ ਪਰਿਵਾਰ ਚਿੰਤਾ ਧਾਰਨ ਕਰਕੇ ਉਦਾਸ ਹੋ ਗਿਆ। ਦਿਨ ਰਾਤ ਪ੍ਰਭੂ ਦੀ ਆਰਾਧਨਾ ਕਰਦੇ ਹਨ ਅਤੇ ਬੇਨਤੀ ਕਰਦੇ ਸਨ, ਸੰਕਟ ਦੂਰ ਹੋ ਜਾਏ। ਇਸੇ ਤਰ੍ਹਾਂ ਮਹਾਦੇਵ ਜੀ ਅਤੇ ਸਾਰਾ ਪਰਿਵਾਰ ਚਿੰਤਾ ਵਿੱਚ ਡੁੱਬਾ ਸੀ। ਸਾਰੇ ਦਿਲ ਵਿੱਚ ਚਾਹੁੰਦੇ ਸਨ ਕਿ ਪੁੱਤਰ ਦਾ ਸਰੀਰ ਰਾਜੀ ਹੋ ਜਾਏ ਤੇ ਫਿਰ ਆਨੰਦ ਮੰਗਲ ਵੇਖੀਏ। ਉਧਰ ਪ੍ਰੀਥੀਆ ਨੇ ਹਿਰਦੇ ਵਿੱਚ ਬੜਾ ਆਨੰਦ ਧਾਰਨ ਕੀਤਾ ਸੀ। ਕਰਮੋ ਦੇ ਪਾਸ ਜਾ ਕੇ ਉਸਨੇ ਕਿਹਾ, ਹੁਣ ਤੂੰ ਵੇਖ ਰਹੀ ਹੈ ਜਿਵੇਂ ਉਹਨਾਂ ਦੇ ਪੁੱਤ ਦਾ ਹਾਲ ਹੈ। ਹੁਣ ਜਿਉਣ ਦੀ ਕੋਈ ਆਸ ਨਹੀਂ, ਬਹੁਤ ਦੁਖੀ ਹਨ। ਮੇਰੇ ਸੱਚੇ ਬਚਨਾਂ ਨੂੰ ਹਾਲੇ ਵੀ ਨਹੀਂ ਜਾਣਦੀ। ਜਿਵੇਂ ਮੈਂ ਪਹਿਲਾਂ ਗੁੱਸੇ ਵਿੱਚ ਆ ਕੇ ਕਿਹਾ ਸੀ, ਉਸ ਤਰ੍ਹਾਂ ਹੀ ਬਹੁਤ ਸੀਤਲਾ ਨਿਕਲੀ ਹੈ। ਹੁਣ ਉਸ ਦੀ ਜ਼ਰੂਰ ਮੌਤ ਹੋ ਜਾਏਗੀ। ਮੈਂ ਕਈ ਵਾਰੀ ਪਰਤਾਵਾ ਲਿਆ ਹੈ ਕਿ ਮੇਰਾ ਕਿਹਾ ਵਾਕ ਕਦੇ ਵੀ ਵਿਅਰਥ ਨਹੀਂ ਜਾਂਦਾ। ਮੇਰੇ ਵਿੱਚ ਕਰਾਮਾਤ ਦੀ ਤਾਕਤ ਹੈ। ਇਹ ਕੇਵਲ ਸ਼੍ਰੀ ਗੁਰੂ ਅਰਜਨ ਦੇਵ ਜੀ ਹੀ ਜਾਣਦੇ ਹਨ, ਹੋਰ ਕੋਈ ਨਹੀਂ ਸਮਝਦਾ। ਇਸ ਕਰਕੇ ਉਹ ਮੈਥੋਂ ਬਹੁਤ ਡਰਦੇ ਹਨ। ਜਦ ਵੀ ਮੈਂ ਮਿਲਦਾ ਹਾਂ ਤਾਂ ਮੇਰੇ ਚਰਨਾਂ ਤੇ ਬੰਦਨਾ ਕਰਦੇ ਹਨ। ਮਹਾਦੇਵ ਤੋਂ ਡਰਦੇ ਨਹੀਂ। ਭੋਲਾ ਸੁਭਾਅ ਹੋਣ ਕਰਕੇ ਉਹ ਕੁਝ ਬੋਲਦੇ ਨਹੀਂ ਹਨ। ਸਪੁੱਤਰ ਦੇ ਮਰਨ ਤੋਂ ਬਾਅਦ ਦੀਨ ਬਣ ਜਾਣਗੇ। ਫਿਰ ਪੁੱਤਰ ਪੈਦਾ ਨਹੀਂ ਹੋਵੇਗਾ ਤੇ ਆਸਹੀਣ ਰਹਿਣਗੇ। ਆਪਣੇ ਪਤੀ ਦੇ ਇਹ ਬੋਲ ਸੁਣ ਕੇ
ਕਰਮਾਂ ਨੂੰ ਚੈਨ ਆ ਗਿਆ, ਹਿਰਦੇ ਵਿੱਚ ਪ੍ਰਸੰਨ ਹੋ ਗਈ ਤੇ ਨੈਣ ਖਿੜ ਗਏ। ਇਸ ਤਰ੍ਹਾਂ ਜੇ ਤੁਹਾਡਾ ਬਚਨ ਸੱਚਾ ਹੋ ਜਾਵੇ, ਇਸ ਬਰਾਬਰ ਕੋਈ ਹੋਰ ਖੁਸ਼ੀ ਦੀ ਗੱਲ ਨਹੀਂ ਹੈ। ਜਿਸ ਪਾਸ 10-20 ਪਿੰਡ ਦਾ ਰਾਜ ਹੋਵੇ, ਖਰਚਾ ਵੱਡਾ ਹੋਵੇ ਤੇ ਸਾਜ਼ੋ ਸਮਾਨ ਵੀ ਟੁੱਟਿਆ ਹੋਵੇ, ਉਸ ਪਾਸ ਜੇ ਅਚਾਨਕ ਐਸੀ ਵਾਰਤਾ ਬਣ ਜਾਏ ਕਿ ਉਹ ਸਭ ਸ੍ਰਿਸ਼ਟੀ ਦਾ ਰਾਜ ਪਾ ਲਵੇ, ਇਸ ਪ੍ਰਕਾਰ ਸਾਨੂੰ ਫਿਰ ਪ੍ਰਸੰਨਤਾ ਹੋਵੇਗੀ। ਸਾਡਾ ਵੰਸ਼ ਜੇ ਗੁਰਤਾ ਪਾ ਲਵੇ, ਹਜ਼ਾਰਾਂ ਸਾਲ ਤੱਕ ਸਾਡੀ ਪੂਜਾ ਹੋਵੇਗੀ। ਜੱਗ ਵਿੱਚ ਸਾਡੇ ਵਰਗਾ ਹੋਰ ਕੋਈ ਦੂਜਾ ਨਹੀਂ ਹੋਵੇਗਾ। ਇਸ ਤਰ੍ਹਾਂ ਪਾਪ ਬਾਰੇ ਸੋਚਦੀ ਹੈ ਕਿ ਕਿਵੇਂ ਅਨਰਥ ਹੋਵੇ। ਜਿਸ ਪ੍ਰੀਥੀਏ ਦੇ ਸੋਚੇ ਹੋਏ ਸਾਰੇ ਵਿਚਾਰ ਵਿਅਰਥ ਹੋਣੇ ਹਨ। ਪਾਪ ਨੂੰ ਰਾਤ ਦਿਨ ਬਹੁਤ ਪਿਆਰ ਕਰਦੇ ਹਨ। ਜਿਹੜੇ ਇਸ ਤਰ੍ਹਾਂ ਕਰਨ ਵਿੱਚ ਭੈ ਨਹੀਂ ਜਾਣਦੇ, ਉਹ ਨਰਕ ਵਿੱਚ ਪੈਣਗੇ। ਪ੍ਰੀਥੀਏ ਦੇ ਘਰ ਲੁਕ ਲੁਕ ਕੇ ਆਨੰਦ ਕਰਦੇ ਹਨ। ਬਹੁਤ ਦੁਸ਼ਟ ਬੁੱਧੀ ਹੈ, ਦੂਸਰੇ ਦਾ ਦੁੱਖ ਚਾਹੁੰਦੇ ਹਨ। ਇਸ ਦੁਨੀਆ ਵਿੱਚ ਅਬਜਸ ਤੋਂ ਇਹ ਝੂਠੇ ਲੋਕ ਡਰਦੇ ਨਹੀਂ ਹਨ, ਪਰ ਪ੍ਰਲੋਕ ਵਿੱਚ ਜਾ ਕੇ ਜ਼ਰੂਰ ਨਰਕ ਪ੍ਰਾਪਤ ਕਰਦੇ ਹਨ। 5ਵੇਂ ਦਿਨ ਸ਼੍ਰੀ ਹਰਗੋਬਿੰਦ ਜੀ ਦਾ ਦੁੱਖ ਹੋਰ ਵੱਧ ਗਿਆ। ਰੰਚ ਭਰ ਵੀ ਸੁੱਖ ਨਹੀਂ ਹੈ। ਸਾਰੀਆਂ ਫਿੰਮਣੀਆਂ ਇੱਕੇ ਵਾਰ ਫਿਸ ਗਈਆਂ ਹਨ, ਜਿਹੜੀਆਂ ਮੋਤੀਆਂ ਵਾਂਗ ਬਹੁਤ ਚਮਕਦੀਆਂ ਹਨ। ਨਾ ਕੁਝ ਖਾਂਦੇ ਪੀਂਦੇ ਹਨ ਅਤੇ ਨਾ ਹੀ ਕੁਝ ਬੋਲਦੇ ਹਨ। ਚੁੱਪ ਰਹਿੰਦੇ ਹਨ ਤੇ ਅੱਖਾਂ ਵੀ ਨਹੀਂ ਖੋਲ੍ਹਦੇ। ਰੂਹ ਆਦਿ ਪਾ ਕੇ ਬਿਸਤਰੇ ਨੂੰ ਨਰਮ ਕਰ ਦਿੱਤਾ। ਦੂਸਰੀ ਤਰਫ ਪਾਸਾ ਬੜੀ ਮੁਸ਼ਕਲ ਨਾਲ ਮੋੜਦੇ ਹਨ। ਕੋਈ ਫੜ ਕੇ ਪਾਸਾ ਬਦਲਵਾਉਂਦਾ ਹੈ, ਨਹੀਂ ਤਾਂ ਕਾਫੀ ਦੇਰ ਤੱਕ ਇੱਕ ਪਾਸੇ ਪਏ ਰਹਿੰਦੇ ਹਨ। ਮਾਤਾ ਗੰਗਾ ਜੀ ਵੇਖ ਕੇ ਬਹੁਤ ਚਿੰਤਾ ਕਰਦੇ ਹਨ ਅਤੇ ਕਹਿੰਦੇ ਹਨ, ਹੇ ਆਨੰਦ ਦੇ ਬੱਦਲ ਸਤਿਗੁਰੂ ਜੀ, ਸਹਾਈ ਹੋਵੋ। ਮੈਂ ਬਹੁਤ ਗਰੀਬ ਹਾਂ, ਇਹ ਮੇਰਾ ਧਨ ਹੈ। ਆਪ ਜੀ ਇਹ ਘੋਰ ਦੁੱਖ ਦੂਰ ਕਰੋ। ਹੇ ਕਿਰਪਾ ਨਿਧਾਨ, ਜ਼ਾਹਰ ਜਹਾਨ, ਦੀਨਾਨਾਥ, ਮੇਰੇ ਸ੍ਰੇਸ਼ਟ ਪੁੱਤਰ ਨੂੰ ਆਰਾਮ ਦਿਓ। ਦਿਨ ਰਾਤ ਚੈਨ ਰਹਿਤ ਇਹ ਬਚਨ ਕਹਿੰਦੇ ਰਹਿੰਦੇ ਹਨ। ਇਸ ਤਰ੍ਹਾਂ ਮਾਤਾ ਗੰਗਾ ਜੀ ਅਕਾਲ ਪੁਰਖ ਦਾ ਜਸ ਬੋਲਦੇ ਰਹਿੰਦੇ ਹਨ। ਬਾਰ-ਬਾਰ ਲੰਮੇ ਸਾਹ ਲੈਂਦੇ ਹਨ ਅਤੇ ਅੱਖਾਂ ਵਿੱਚ ਜਲ ਭਰ ਕੇ ਪਾਣੀ ਦੀਆਂ ਬੂੰਦਾਂ ਥੱਲੇ ਡਿੱਗਦੀਆਂ ਰਹਿੰਦੀਆਂ ਹਨ। ਇੱਕ ਟਕ ਦ੍ਰਿਸ਼ਟੀ ਲਾ ਕੇ ਆਪਣੇ ਸਪੁੱਤਰ ਦੇ ਅੰਗਾਂ ਨੂੰ ਵੇਖਦੇ ਰਹਿੰਦੇ ਹਨ। ਫਿਰ ਪ੍ਰਿਥਵੀ ਵੱਲ ਵੇਖ ਕੇ ਅਚਲ ਰਹਿ ਜਾਂਦੇ ਹਨ। ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ। ਚੁੱਪ ਧਾਰ ਕੇ ਸਪੁੱਤਰ ਦੇ ਪਾਸ ਬੈਠੇ ਰਹਿੰਦੇ ਹਨ। ਇਸ ਤਰ੍ਹਾਂ 5 ਦਿਨ ਤੱਕ ਸਾਰਾ ਪਰਿਵਾਰ ਅਤੇ ਸਾਰੇ ਦਾਸ ਦਾਸੀਆਂ ਬਹੁਤ ਦੁਖੀ ਰਹੇ। ਕੋਈ ਵੀ ਰੁਚੀ ਅਨੁਸਾਰ ਭੋਜਨ ਨਹੀਂ ਸੀ ਛਕਦਾ। ਹਿਰਦੇ ਵਿਆਕੁਲ ਹੋਣ ਕਰਕੇ ਆਪਣੀ ਸੰਭਾਲ ਨਹੀਂ ਰਹੀ। ਰਾਤ ਨੂੰ ਸੌਂਦੇ ਨਹੀਂ ਸਨ, ਬਹੁਤ ਜਾਗਦੇ ਰਹਿੰਦੇ ਸਨ ਤੇ ਸੁਭਾਗੇ ਪੁੱਤਰ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਸਨ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਜਾ ਕੇ ਕਹਿੰਦੇ ਸਨ, ਮਾਤਾ ਗੰਗਾ ਜੀ ਦਿਨ ਰਾਤ ਭੋਜਨ ਨਹੀਂ ਛਕਦੇ। ਗੁਰੂ ਜੀ ਸੁਣ ਕੇ ਧੀਰਜ ਦਿੰਦੇ ਹਨ, ਡਰਨ ਦੀ ਕੋਈ ਲੋੜ ਨਹੀਂ। ਕੇਵਲ ਇੱਕ ਪਾਰ ਬ੍ਰਹਮ ਦੀ ਆਸ ਧਾਰਨ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਹੀ ਇਹਨਾਂ ਦੇ ਸਹਾਈ ਹਨ, ਜਿਨ੍ਹਾਂ ਦਾ ਨਾਮ ਜਪਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਉਹ ਫਿਰ ਇਸ ਪ੍ਰਕਾਰ ਉਹਨਾਂ ਨੂੰ ਸੁਣਾਉਂਦੇ ਹਨ ਕਿ ਇੱਕ ਪੁੱਤਰ ਹੈ, ਕਿਵੇਂ ਚੈਨ ਪਾਇਆ ਜਾ ਸਕਦਾ ਹੈ। ਜਦ 6ਵਾਂ ਦਿਨ ਬੀਤ ਗਿਆ ਤਾਂ ਉਸ ਰਾਤ ਸੀਤਲਾ ਦਾ ਮੋੜ ਪੈ ਗਿਆ। ਤਦ ਫਿਰ ਜਦ ਸਵੇਰ ਹੋਈ ਅਤੇ ਸੂਰਜ ਚੜ੍ਹਿਆ ਤਾਂ ਸ਼੍ਰੀ ਹਰਗੋਬਿੰਦ ਜੀ ਨੇ ਮਹਾਨ ਨੇਤਰਾਂ ਨੂੰ ਖੋਲ੍ਹਿਆ। ਨੇਤਰ ਕਮਲ ਪੱਤਰ ਵਾਂਗ ਵਿਸ਼ਾਲ ਖਿੜ ਗਏ। ਮਾਤਾ ਜੀ ਇਹ ਵਿਚਿੱਤਰ ਨਜ਼ਾਰਾ ਵੇਖ ਕੇ ਬਹੁਤ ਪ੍ਰਸੰਨ ਹੋਏ। ਕੁਝ ਭਰੋਸਾ ਹੋ ਗਿਆ ਕਿ ਨੈਣ ਸਾਬਤ ਰਹਿ ਗਏ ਹਨ। ਸਪੁੱਤਰ ਦੇ ਸਰੀਰ ਨੂੰ ਹੋਸ਼ ਆ ਗਈ। ਮੁੱਖ ਨਾਲ ਕੁਝ ਖਾਧਾ ਪੀਤਾ। ਇਹ ਵੇਖ ਕੇ ਸਾਰਾ ਪਰਿਵਾਰ ਪ੍ਰਸੰਨ ਹੋ ਗਿਆ। ਹਿਰਦੇ ਵਿੱਚ ਧੀਰਜ ਆ ਗਿਆ ਤੇ ਖੁਸ਼ੀ-ਖੁਸ਼ੀ ਬੋਲਦੇ ਹਨ, ਕਹਿੰਦੇ ਹਨ, ਹੇ ਗੁਰੂ ਨਾਨਕ ਦੇਵ ਜੀ, ਤੁਸੀਂ ਧੰਨ ਹੋ। ਦੁੱਖ ਦੇ ਸਮੇਂ ਆ ਕੇ ਸਹਾਇਤਾ ਕੀਤੀ ਹੈ। ਆਪਣਾ ਦਾਸ ਜਾਣ ਕੇ ਬਚਾ ਲਿਆ ਹੈ। ਇਹ ਸੁਣ ਕੇ ਮਹਾਦੇਵ ਜੀ ਵੀ ਖਬਰ ਲੈਣ ਵਾਸਤੇ ਆ ਗਏ ਅਤੇ ਨਿਤ ਚਿੰਤਾ ਕਰਦੇ ਹੋਇਆਂ ਨੇ ਸੁੱਖ ਮਨਾਇਆ। ਗੁਰੂ ਜੀ ਨੇ ਬੜੇ ਆਦਰ ਸਹਿਤ ਨਮਸਕਾਰ ਕਰਕੇ ਬਿਠਾਇਆ। ਮਹਾਦੇਵ ਜੀ ਕਹਿਣ ਲੱਗੇ, ਬਾਲਕ ਦੇ ਸਰੀਰ ਦੇ ਸੁੱਖ ਬਾਰੇ ਦੱਸੋ। ਮੈਂ ਸੁਣਿਆ ਹੈ ਕਿ ਪੀੜ ਹਟ ਗਈ ਹੈ। ਮਾਤਾ ਦੇ ਦਾਣੇ ਕਿਸ ਤਰ੍ਹਾਂ ਫਿਸ ਗਏ ਹਨ। ਬਾਲਕ ਦੇ ਨੇਤਰ ਬਚ ਗਏ ਹਨ। ਸ਼ੁਭ ਮੁਖੜਾ ਫਿਰ ਸੁਹਾਵਣਾ ਹੋ ਗਿਆ ਹੈ। ਆਪਣੇ ਕੰਨਾਂ ਨਾਲ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਤੁਸੀਂ ਵਿਸ਼ਾਲ ਕਿਰਪਾ ਕੀਤੀ ਹੈ। ਉਹ ਪਹਿਲਾਂ ਵਾਂਗ ਬਿਲਕੁਲ ਠੀਕ ਹਨ। ਬੜੀ ਪ੍ਰਸੰਨਤਾ ਹੋਈ ਹੈ ਕਿ ਕੋਈ ਵਿਘਨ ਨਹੀਂ ਆਇਆ। ਹੁਣ ਸਾਰੇ ਸਰੀਰ ਦੀ ਸੀਤਲਾ ਮੁੜ ਪਈ ਹੈ।
ਫਿਣਸੀਆਂ ਦੇ ਫਿਸਣ ਦੀ ਸਾਰੀ ਭੀੜ ਹਟ ਗਈ ਹੈ। ਦੀਨਾਨਾਥ ਪ੍ਰਭੂ ਜੀ ਸਹਾਈ ਹੋਏ ਹਨ। ਦੋਵੇਂ ਨੈਣ ਆਪਣਾ ਹੱਥ ਦੇ ਕੇ ਬਚਾ ਲਏ ਹਨ। ਤੁਹਾਡੀ ਦਇਆ ਨਾਲ ਸਾਰੇ ਸਰੀਰ ਨੂੰ ਆਰਾਮ ਆ ਗਿਆ ਹੈ। ਹੁਣ ਸਰੀਰ ਦੇ ਅੰਗਾਂ ਦੀ ਭੀੜ ਬਹੁਤ ਘਟ ਗਈ ਹੈ। ਇਹ ਸੁਣ ਕੇ ਮਹਾਦੇਵ ਜੀ ਬਹੁਤ ਪ੍ਰਸੰਨ ਹੋਏ ਅਤੇ ਅਸੀਸ ਦਿੱਤੀ, ਬੜਾ ਸੁੱਖ ਪਾਏਗਾ। ਫਿਰ ਪ੍ਰੀਥੀਆ ਕਪਟ ਧਾਰ ਕੇ ਆਇਆ। ਉਸ ਦੇ ਹਿਰਦੇ ਵਿੱਚ ਅਨਰਥ ਹੈ ਤੇ ਮੂੰਹ ਤੋਂ ਮਿੱਠੇ ਬੋਲ ਬੋਲਦਾ ਹੈ। ਗੁਰੂ ਜੀ ਨੇ ਆਦਰ ਨਾਲ ਨਮਸਕਾਰ ਕੀਤੀ ਅਤੇ ਬੜਾ ਪ੍ਰੇਮ ਧਾਰ ਕੇ ਬਿਠਾ ਲਿਆ। ਕਹਿਣ ਲੱਗਾ, ਪੁੱਤਰ ਬਾਰੇ ਦੱਸੋ ਜਿਵੇਂ ਉਸ ਦਾ ਹਾਲ ਹੈ। ਸੀਤਲਾ ਬਹੁਤ ਦੁਖਦਾਇਕ ਬਿਮਾਰੀ ਹੈ। ਇਸ ਵਿੱਚ ਸਦਾ ਡਰ ਹੁੰਦਾ ਹੈ ਕਿ ਅੱਖਾਂ ਬੰਦ ਹਨ, ਖੁੱਲੀਆਂ ਨਹੀਂ ਹਨ। ਈਸ਼ਵਰ ਸੁੱਖ ਕਰੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਗੁਰੂ ਜੀ ਨੇ ਕਿਹਾ, ਪ੍ਰਭੂ ਸਹਾਈ ਹੋਵੇ, ਤੁਹਾਡੀ ਕਿਰਪਾ ਨੇ ਬਚਾ ਲਿਆ ਹੈ। ਇਹ ਕਾਰਜ ਜੀਵਾਂ ਦੇ ਵੱਸ ਵਿੱਚ ਨਹੀਂ, ਈਸ਼ਵਰ ਹੀ ਜਿਵਾਉਂਦਾ ਹੈ ਜਾਂ ਮਾਰ ਦਿੰਦਾ ਹੈ। ਇੱਕ ਪ੍ਰਭੂ ਦੀ ਆਸ ਚਿੱਤ ਵਿੱਚ ਧਾਰਨ ਕੀਤੀ ਹੈ, ਜੋ ਜਗਤ ਦੇ ਸਾਰੇ ਦੁੱਖਾਂ ਸੁੱਖਾਂ ਦਾ ਕਰਤਾ ਹੈ। ਇਸ ਤਰ੍ਹਾਂ ਸੁਣ ਕੇ ਪ੍ਰਿਥੀ ਨੇ ਇਹ ਜਾਣ ਲਿਆ ਕਿ ਠੀਕ ਠਾਕ ਨਹੀਂ ਹੈ। ਇਹਨਾਂ ਦੇ ਦੁੱਖ ਬਹੁਤ ਵੱਧ ਗਏ ਹਨ। ਚਿਹਰਾ ਬੜਾ ਦੁਖੀ ਹੋਇਆ ਵਿਖਾਇਆ ਅਤੇ ਚਿੱਤ ਵਿੱਚ ਅਧਿਕ ਆਨੰਦ ਵਧਾਇਆ। ਵੱਡਾ ਕਪਟੀ ਉੱਠ ਕੇ ਘਰ ਨੂੰ ਚਲਾ ਗਿਆ। ਹਿਰਦੇ ਵਿੱਚ ਇਹ ਸਮਝਦਾ ਸੀ ਕਿ ਬਾਲਕ ਜਿਉਂਦਾ ਨਹੀਂ ਰਹੇਗਾ। ਇਸ ਤਰ੍ਹਾਂ 7ਵਾਂ ਦਿਨ ਬੀਤ ਗਿਆ। ਸ਼੍ਰੀ ਹਰਗੋਬਿੰਦ ਜੀ ਦਾ ਸਰੀਰ ਆਨੰਦਮਈ ਹੋ ਗਿਆ। ਫਿਰ ਰੁਚੀ ਅਨੁਸਾਰ ਖਾਣ ਪੀਣ ਕਰਦੇ ਸਨ। ਸੋਹਣੇ ਨੈਣ ਮਹਾਨ ਖਿੜ ਗਏ। ਫਿਰ ਸਾਰੀਆਂ ਫਿਣਸੀਆਂ ਖੁਸ਼ਕ ਹੋਣ ਲੱਗੀਆਂ, ਜਿਹੜੀਆਂ ਫਿਸ ਕੇ ਬਹੁਤ ਭਰ ਗਈਆਂ ਸਨ। ਸਰੀਰ ਪਹਿਲੀ ਜਿਲਦ ਵਾਂਗ ਹੀ ਖੁਸ਼ਕ ਹੋ ਗਿਆ। ਸਭ ਨਿਸ਼ਾਨ ਮਿਟ ਗਏ ਅਤੇ ਕੋਈ ਵੀ ਦਿਖਾਈ ਨਹੀਂ ਸੀ ਦਿੰਦਾ। ਮਾਤਾ ਗੰਗਾ ਜੀ ਨੇ ਸੁੱਖ ਨਾਲ ਆਪਣੇ ਸਪੁੱਤਰ ਦੇ ਸਰੀਰ ਨੂੰ ਸਾਫ਼ ਕੀਤਾ ਅਤੇ ਗਰਮ ਜਲ ਨਾਲ ਚੰਦ ਵਰਗੇ ਮੁਖੜੇ ਨੂੰ ਧੋਤਾ। ਸਾਰੇ ਦਾਸ ਅਤੇ ਦਾਸੀਆਂ ਆਏ। ਬਹੁਤ ਖੁਸ਼ ਹੋ ਕੇ ਉਹਨਾਂ ਨੇ ਬਚਨ ਸੁਣਾਏ। ਹਿਰਦੇ ਵਿੱਚ ਆਨੰਦ ਮੰਗਲ ਨੂੰ ਧਾਰ ਕੇ ਪੁੱਤਰ ਦੀ ਵਧਾਈ ਲਵੋ। ਜਿੱਥੇ ਕਿਥੇ ਨਰ ਨਾਰੀਆਂ ਨੇ ਇਹ ਖਬਰ ਸੁਣ ਕੇ ਬਹੁਤ ਉਤਸ਼ਾਹ ਕੀਤਾ। ਮਾਤਾ ਜੀ ਬਲਿਹਾਰ ਜਾ ਰਹੇ ਸਨ, ਜਿਵੇਂ ਸਪੁੱਤਰ ਨੇ ਨਵਾਂ ਜਨਮ ਪਾਇਆ ਹੋਵੇ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਦਾਸ ਬਾਲਕ ਸ੍ਰੀ ਹਰਗੋਬਿੰਦ ਜੀ ਨੂੰ ਚੁੱਕ ਕੇ ਲਿਆਏ। ਚਰਨ ਕਮਲਾਂ ਤੇ ਪਾ ਕੇ ਹਿਰਦੇ ਦਾ ਆਨੰਦ ਵਧਾਇਆ। ਜਦ ਗੁਰੂ ਜੀ ਨੇ ਸਪੁੱਤਰ ਨੂੰ ਬਹੁਤ ਖੁਸ਼ ਵੇਖਿਆ ਤਾਂ ਚੁੱਕ ਕੇ ਗੋਦ ਵਿੱਚ ਬਿਠਾ ਲਿਆ। ਫਿਰ ਸਿਰ ਤੇ ਹੱਥ ਧਰ ਕੇ ਖੁਸ਼ ਹੋ ਕੇ ਅਸੀਸ ਦਿੱਤੀ। ਪੁੱਤਰ ਦੇ ਸੁੰਦਰ ਨੈਣ ਅਤੇ ਸਾਰਾ ਸੁਖੀ ਸਰੀਰ ਵੇਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ, ਜਿਹੜੇ ਵੱਡੇ ਧੀਰਜਵਾਨ ਹਨ, ਉਹਨਾਂ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ। ਗੌੜੀ ਮਹੱਲਾ ਪੰਜਵਾਂ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ ਰਹਾਓ। ਸੀਤਲਾ ਤੇ ਰਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਸ਼੍ਰੀ ਨਾਨਕ ਗੁਰਦੇਵ ਜੀ ਨੇ ਪੁੱਤਰ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਹਨ। ਮੇਰੇ ਸਾਰੇ ਭਰਮ ਦੂਰ ਹੋ ਗਏ ਹਨ ਅਤੇ ਮੇਰੀ ਸੇਵਾ ਸਫਲ ਹੋਈ ਹੈ। ਆਨੰਦ ਦੇਣ ਵਾਲੇ ਪ੍ਰਭੂ ਨੇ ਚੇਚਕ ਤੋਂ ਬਚਾ ਲਿਆ ਹੈ। ਪਾਰ ਬ੍ਰਹਮ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ। ਹੇ ਨਾਨਕ, ਕੇਵਲ ਉਹੀ ਜਿਉਂਦਾ ਹੈ ਜੋ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ। ਸਾਧ ਸੰਗਤ ਵਿੱਚ ਉਹ ਵਾਹਿਗੁਰੂ ਦਾ ਅੰਮ੍ਰਿਤ ਰਸ ਪੀਂਦਾ ਹੈ। ਮੇਰੀ ਪੂਰੀ ਹੋਈ ਸੇਵਾ ਜਾਣ ਕੇ ਮੇਰੇ ਭਰਮ ਨੂੰ ਦੂਰ ਕੀਤਾ ਹੈ। ਸਭ ਨਿੰਦਕ ਝੂਠੇ ਕਰਕੇ ਨਿਸ਼ਚਿਤ ਰੂਪ ਵਿੱਚ ਆਪਣੇ ਕਰ ਲਏ ਹਨ। ਬੜੀ ਭਿਆਨਕ ਸੀਤਲਾ ਨਿਕਲੀ ਸੀ, ਉਸ ਤੋਂ ਬਚਾ ਲਿਆ ਹੈ। ਪਾਰ ਬ੍ਰਹਮ ਕਰਤਾਰ ਨੇ ਆਪਣੇ ਦਾਸ ਦਾ ਉਧਾਰ ਕੀਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਜਪ ਕੇ ਵੱਡੀ ਉਮਰ ਵਾਲਾ ਹੋਵੇਗਾ। ਸੰਤ ਬਾਬਾ ਬੁੱਢੇ ਜੀ ਦੇ ਵਾਕ ਨਾਲ ਦੁੱਖ ਦੂਰ ਹੋ ਗਏ ਹਨ ਅਤੇ ਅੰਮ੍ਰਿਤ ਪੀ ਲਿਆ ਹੈ। ਗੁਰੂ ਘਰ ਦੇ ਦਰਵਾਜ਼ੇ ਤੇ ਦੋਵੇਂ ਸਮੇਂ ਛੋਟੀ ਦੁਦੰਬੀ ਵੱਜਦੀ ਰਹਿੰਦੀ ਹੈ। ਘਰ ਵਿੱਚ ਤੂਤੀਆਂ ਦੇ ਨਾਲ ਮਿਲ ਕੇ ਸ੍ਰੇਸ਼ਟ ਸ਼ਬਦ ਗਾਇਨ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।